ਇੱਕ ਬੰਦਾ ਸੀ ਨਾ, ਉਹ ਟੁਰ ਗਿਆ ਕਿਸੇ ਵੱਲ ਮਹਿਮਾਨ ਪ੍ਰਾਹੁਣਾ। ਉੱਥੇ ਜਾ ਕੇ ਨਾ ਜਨਾਬ ਸ਼ਰਮਾਏ ਝੱਗੇ। ਇਹ ਮਹਿਮਾਨ ਹੁੰਦੇ ਨਾ ਕੁਝ ਬੇਜ਼ੁਬਾਨ ਇਸ ਤਰ੍ਹਾਂ। ਉਹ ਜਨਾਬ ਉਹ ਘਰ ਵਾਲਿਆਂ ਨਾ ਉਹਦਾ ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ, ਉਹਨੂੰ ਜੁਗਤਾ ਮਾਰਨ। ਇਮਤਿਹਾਨ ਕਿੰਜ ਲੈਣਾ ਸ਼ੁਰੂ ਕਰ ਦਿੱਤਾ ਜਨਾਬ, ਉਹਨਾਂ ਨਾ ਇੱਕ ਬਰੋਸਟ ਹੋਇਆ ਨਾ ਮੁਰਗਾ ਲੈਣ ਦਾ, ਇਹ ਚਰਗਾ ਜਿਹਨੂੰ ਅਸੀਂ ਚਰਗਾ ਸੱਦਦੇ ਹਾਂ। ਉਹ ਚਰਗਾ ਇੰਜ ਬਰੋਸਟ ਹੋਇਆ ਸੀ ਕਿ ਉਹਦੀ ਗਰਦਨ ਉਹਦੇ ਨਾਲ ਹੀ ਸੀ। ਆਮ ਤੌਰ 'ਤੇ ਅਸੀਂ ਜਦੋਂ ਮੁਰਗੀ ਜ਼ਿਬਾ ਕਰਦੇ ਹਾਂ ਨਾ, ਉਹਦੀ ਗਰਦਨ ਉਤਾਰ ਦਿੰਦੇ ਹਾਂ। ਉਹ ਜਨਾਬ ਉਹਨਾਂ ਨੇ ਗਰਦਨ ਨਾ ਉਤਾਰੀ ਅਤੇ ਉਹਨਾਂ ਨੇ ਗਰਦਨ ਸਮੇਤ ਹੀ ਉਹਨੂੰ ਬਰੋਸਟ ਕਰਕੇ ਨਾ ਲਿਆ ਕੇ ਦਰਮਿਆਨ 'ਚ ਰੱਖ ਦਿੱਤਾ ਅਤੇ ਆਪ ਸਾਰੇ ਜੀ ਚਾਰ ਚੁਫੇਰੇ ਬਹਿ ਗਏ। ਹੁਣ ਉਹ ਜੀ ਕਿੰਨੇ ਸਨ? 2 ਮੀਆਂ ਬੀਵੀ ਸਨ, 2 ਉਹਨਾਂ ਦੇ ਅੱਗੋਂ ਬੇਟੇ ਸਨ, 2 ਉਹਨਾਂ ਦੀਆਂ ਬੇਟੀਆਂ ਅਤੇ 7ਵਾਂ ਸੀ ਪ੍ਰਾਹੁਣਾ, ਅਤੇ ਟੋਟਲ ਜੀ ਹੋ ਗਏ ਆ 7। ਉਹ ਚਾਰ ਚੁਫੇਰੇ ਬਹਿ ਗਏ ਅਤੇ ਮਹਿਮਾਨ ਨੂੰ ਕਹਿਣ ਲੱਗੇ ਜੀ ਇਹ ਸਾਡੇ ਸਾਰਿਆਂ ਦੇ ਵਿੱਚ ਜਿਹੜਾ ਨਾ ਬਰਾਬਰ ਦਾ ਤਕਸੀਮ ਕਰਦੇ। ਅਸੂਲਨ ਤੇ ਮੇਜ਼ਬਾਨ ਦਾ ਹੱਕ ਬਣਦਾ ਹੈ ਨਾ ਕਿ ਤਕਸੀਮ ਕਰੇ, ਲੇਕਿਨ ਉਹ ਇਮਤਿਹਾਨ ਲੈਣ ਲੱਗ ਪਏ ਮਹਿਮਾਨ ਦਾ। ਮਹਿਮਾਨ ਨੇ ਕਿਹਾ ਠੀਕ ਹੈ ਜਨਾਬ, ਸਿੱਧਾ ਤਾਂ ਮੈਂ ਆਇਆ ਵਾਂ, ਪਰ ਇੰਨਾ ਵੀ ਨਹੀਂ ਮੈਂ ਸਿੱਧਾ ਕਰ ਲੈਂਦਾ ਮੈਂ ਤੁਹਾਡਾ ਇਲਾਜ। ਉਹ ਆਖਣ ਲੱਗਾ ਵੀ ਇਹ ਜਿਹੜਾ ਸਾਰਾ ਸਿਰ ਹੈ ਨਾ, ਇਹ ਘਰ ਦੇ ਸਰਬਰਾਹ ਦੇ ਸਿਰ 'ਤੇ ਜਾਂਦਾ। ਉਹਨੇ ਮੁਰਗੀ ਦਾ ਸਿਰ ਲਾ ਕੇ ਨਾ ਉਹਨੇ ਕਿਹਾ ਲੈ ਉਹ ਜਨਾਬ ਹੈ ਤੁਹਾਡਾ। ਉਸ ਤੋਂ ਬਾਅਦ ਉਹਨੇ ਨਾ ਮੁਰਗੀ ਦਾ ਬੂੰਡਾ ਲਾ ਕੇ ਨਾ ਬੇਗਮ ਸਾਹਿਬਾਂ ਨੂੰ ਦਿੱਤਾ ਕਿ ਬੇਗਮ ਸਾਹਿਬਾ ਆ ਤੁਹਾਡਾ। ਉਸ ਤੋਂ ਬਾਅਦ ਉਹ ਕਹਿਣ ਲੱਗਾ ਕਿ ਜਿਹੜੇ ਬੇਟੇ ਹੁੰਦੇ ਨਾ ਇਹ ਬਾਪ ਦੇ ਹੁੰਦੇ ਨੇ ਬਾਜ਼ੂ। ਉਹਨੇ ਦੋਵੇਂ ਖੰਭ ਜੇ ਲਾ ਕੇ ਨਾ ਉਹ ਬੇਟਿਆਂ ਨੂੰ ਦੇ ਦਿੱਤੇ। ਉਸ ਤੋਂ ਬਾਅਦ ਜਨਾਬ ਉਹਨੇ ਨਾ ਕਹਿਣ ਲੱਗਾ ਕਿ ਜਿਹੜੀਆਂ ਬੇਟੀਆਂ ਹੁੰਦੀਆਂ ਨਾ, ਘਰ ਦੀ ਇੱਜ਼ਤ ਬੇਟੀਆਂ ਦੇ ਪੈਰਾਂ 'ਤੇ ਹੁੰਦੀ ਹੈ, ਬੇਟੀਆਂ ਦੇ ਸਿਰ 'ਤੇ ਹੁੰਦੀ ਹੈ। ਉਹਨੇ ਮੁਰਗੀ ਦੇ ਦੋਵੇਂ ਪੈਰ ਲਾ ਕੇ ਨਾ, ਲੱਤਾਂ ਲਾ ਕੇ ਉਹ ਬੇਟੀਆਂ ਦੋਵਾਂ ਨੂੰ ਫੜਾਤੀਆਂ ਅਤੇ ਕਹਿਣ ਲੱਗਾ ਕਿ ਇਹ ਬਾਕੀ ਜਿਹੜੀ ਮੁਰਗੀ ਹੈ ਨਾ ਇਹ ਫਿਰ ਮੇਰੇ ਹਿੱਸੇ ਆ ਗਈ। ਉਹਨਾਂ ਕਿਹਾ ਵੀ ਚੰਗਾ ਲੜਿਆ ਇਹ ਨੱਕ 'ਤੇ। ਉਹਨਾਂ ਨੇ ਜਨਾਬ ਅਗਲੇ ਦਿਨ ਜਿਹੜਾ ਨਾ ਘਰਦਿਆਂ ਜੀਆਂ ਸਾਰਿਆਂ ਨੇ ਨਾ 5 ਮੁਰਗੀਆਂ ਬਰੋਸਟ ਹੋਈਆਂ ਲਿਆ ਕੇ ਵਿਚਕਾਲੇ ਰੱਖ ਦਿੱਤੀਆਂ ਅਤੇ ਕਹਿਣ ਲੱਗੇ ਕਿ ਅੱਜ ਇਹਨਾਂ ਨੂੰ ਫੇਰ ਜਿਹੜਾ ਨਾ ਬਰਾਬਰ 'ਤੇ ਤਕਸੀਮ ਕਰ ਦਿਓ। ਬੰਦੇ ਨੇ ਕਿਹਾ ਲੈ ਬਈ, ਉਹਨੇ ਨਾਲ ਹੀ ਇਹ ਵੀ ਕਿਹਾ ਕਿ ਇਹਨੂੰ ਤਾਕ ਤਕਸੀਮ ਕਰਾਂ ਕਿ ਜੁਫਤ ਤਕਸੀਮ ਕਰਾਂ। ਘਰ ਵਾਲਿਆਂ ਨੇ ਸੋਚਿਆ ਕਿ ਯਾਰ ਤਾਕ ਹੀ ਕਹੀਏ, ਤਾਕ ਕਵਾਂਗੇ ਤੇ ਸਾਰਿਆਂ ਨੂੰ ਇੱਕ ਇੱਕ ਦੇਗਾ ਤੇ ਤੂੰ ਨੂੰ ਆਣੀ ਨਹੀਂ, ਤੇ ਅਸੀਂ ਇਹਨੂੰ ਕਹਾਂਗੇ ਤੇ ਲੈ ਵੀ ਤੇਰੇ ਕੋਲੋਂ ਇਨਸਾਫ ਨਹੀਂ ਹੋਇਆ। ਉਹਨਾਂ ਨੇ ਕਿਹਾ ਵੀ ਇਹਨੂੰ ਤਾਕ ਤਕਸੀਮ ਕਰ ਦੇ। ਉਹਨੇ ਜਨਾਬ ਇੱਕ ਮੁਰਗੀ ਲਈ ਤੇ ਉਹ ਮੀਆਂ ਬੀਵੀ ਨੂੰ ਦੇ ਦਿੱਤੀ। ਦੋ ਜੀ ਹੋ ਗਏ ਨਾ, ਮੀਆਂ ਬੀਵੀ 2 ਹੋ ਗਏ ਤੇ ਤੀਸਰੀ ਉਹਨੂੰ ਮੁਰਗੀ ਦਿੱਤੀ। ਉਹਨੇ ਕਿਹਾ ਲਓ ਜੀ ਇਹ ਤਾਕ ਹੋ ਗਈ, ਠੀਕ ਹੈ। ਦੂਸਰੀ ਮੁਰਗੀ ਉਹਨੇ ਦਿੱਤੀ ਦੋਵੇਂ ਬੇਟਿਆਂ ਨੂੰ, ਵੀ 2 ਬੇਟੇ ਤੇ ਤੀਸਰੀ ਮੁਰਗੀ ਇਹ ਲਓ ਜੀ ਜਨਾਬ ਇਹ ਵੀ ਤਾਕ ਹੋ ਗਏ। ਤੀਸਰੀ ਮੁਰਗੀ ਜਨਾਬ ਉਹਨੇ ਦਿੱਤੀ ਦੋਵਾਂ ਬੇਟੀਆਂ ਨੂੰ, ਦੇ ਕੇ ਤੇ ਜਨਾਬ ਉਹਨਾਂ ਨੂੰ ਵੀ ਤਾਕ 'ਚ ਲਿਆਤਾ ਵੀ ਇਹ ਤਾਕ ਵਿੱਚ ਮੁਰਗੀ ਵੀ ਆ। ਇਹਨਾਂ ਨੂੰ ਤਾਕ ਬਰਾਬਰ ਤਕਸੀਮ ਹੋ ਗਈ ਤੇ ਪਿੱਛੇ ਬਚੀਆਂ 2 ਮੁਰਗੀਆਂ ਤੇ ਤੀਸਰਾ ਮੈਂ, ਤੇ ਇਹ ਜਨਾਬ ਤਾਕ ਹੋ ਗਿਆ। ਉਹਨੇ ਜਨਾਬ ਇਸ ਤਰ੍ਹਾਂ ਕਰਕੇ ਨਾ ਸਾਰਿਆਂ ਨੂੰ ਤਾਕ 'ਚ ਤਕਸੀਮ ਕਰ ਦਿੱਤਾ। ਘਰ ਦੇ ਕਹਿਣ ਲੱਗੇ ਲੈ ਬਈ ਬੰਦਾ ਤੇ ਸਾਡੇ ਨੱਕ 'ਤੇ ਲੜ ਗਿਆ। ਖੈਰ ਜਨਾਬ ਉਹਨਾਂ ਅਗਲੇ ਦਿਨ ਨਾ ਫਿਰ 5 ਮੁਰਗੀਆਂ ਬਰੋਸਟ ਹੋਈਆਂ ਲਿਆਂਦੀਆਂ ਤੇ ਦਰਮਿਆਨ 'ਚ ਰੱਖ ਦਿੱਤੀਆਂ ਤੇ ਆਪ ਸਾਰੇ ਜੀ ਫਿਰ 4 ਚੁਫੇਰੇ ਬਹਿ ਗਏ। ਕਹਿਣ ਲੱਗੇ ਜਨਾਬ ਇਹਨੂੰ ਜਿਹੜਾ ਨਾ ਸਾਰਿਆਂ ਦੇ ਵਿੱਚ ਫਿਰ ਬਰਾਬਰ ਦੀਆਂ ਤਕਸੀਮ ਕਰ ਦਿਓ। ਉਹ ਜਨਾਬ ਮਹਿਮਾਨ ਨੇ ਪੁੱਛਿਆ ਵੀ ਤਾਕ ਕਰਨੀ ਆ ਜੇ ਕਿ ਜੁਫਤ? ਕਹਿਣ ਲੱਗੇ ਨਹੀਂ ਤੂੰ ਅੱਜ ਜੁਫਤ ਕਰ, ਅੱਜ ਜੁਫਤ ਤਕਸੀਮ ਕਰ ਦੇ। ਉਹਨੇ ਕਿਹਾ ਠੀਕ ਹੈ ਬਈ। ਉਹ ਕਹਿਣ ਲੱਗਾ ਵੀ 2 ਤੁਹਾਡੀਆਂ ਬੇਟੀਆਂ ਤੇ ਤੀਸਰੀ ਉਹਨਾਂ ਦੀ ਮਾਂ, 3 ਤੇ 1 ਇਹ ਹੋ ਗਈ ਮੁਰਗੀ, ਇਹ ਹੋ ਗਿਆ ਜੁਫਤ, ਠੀਕ ਹੈ ਜਨਾਬ। ਉਸ ਤੋਂ ਬਾਅਦ ਕਹਿਣ ਲੱਗਾ ਇਹ 1 ਬਾਪ ਤੇ 2 ਤੁਹਾਡੇ ਬੇਟੇ, 1 ਹੈ ਮੁਰਗੀ, ਇਹ ਹੋ ਗਈ ਜੁਫਤ ਤਕਸੀਮ, ਠੀਕ ਹੈ। ਪਿੱਛੇ ਬਚ ਗਈਆਂ 3 ਮੁਰਗੀਆਂ ਤੇ 1 ਮੈਂ, ਉਹ ਜੀ ਬਣ ਗਏ 4, 3 ਮੁਰਗੀਆਂ ਤੇ ਚੌਥਾ ਮੈਂ, ਇਹ ਵੀ ਜੁਫਤ ਤਕਸੀਮ ਹੋ ਗਿਆ। ਉਹਨੇ ਬਰਾਬਰ ਦੇ ਤਕਸੀਮ ਕਰ ਦਿੱਤੇ ਤੇ ਉਹ ਜਨਾਬ ਜਦੋਂ ਉਹਨੇ ਤਕਸੀਮ ਕਰ ਲਈਆਂ ਨਾ ਤੇ ਕਹਿਣ ਲੱਗਾ ਯਾ ਅੱਲਾ ਤੇਰਾ ਸ਼ੁਕਰ ਹੈ
ਇੰਜ ਦੀ ਤਕਸੀਮ ਸਿਖਾਈ ਉਹ, ਤੇ ਇੰਜ ਦੇ ਹੀ ਤਕਸੀਮ ਕਰਵਾਉਣ ਵਾਲੇ ਭੇਜਦਾ ਰਿਹਾ ਕਰ। ਹਜ਼ਰਤ ਗੱਲ ਸੁਣਾਉਣ ਦਾ ਮਕਸਦ ਇਹ ਵੇ ਕਿ ਕੋਈ ਸਿੱਧਾ ਬੰਦਾ ਹੱਥੇ ਚੜ ਜਾਏ ਨਾ, ਸਿੱਧਾ ਸਾਦਾ, ਤੇ ਉਹਨੂੰ ਉੱਲੂ ਨਹੀਂ ਸਮਝ ਲਈਦਾ, ਉਹਨੂੰ ਉੱਲੂ ਨਹੀਂ ਬਣਾਈਦਾ, ਉਹਨੂੰ ਪਾਗਲ ਨਹੀਂ ਸਮਝੀਦਾ। ਹਜ਼ਰਤ ਗੱਲ ਸੁਣਾਉਣ ਦਾ ਮਕਸਦ ਇਹ ਸੀ ਕਿ ਕੋਈ ਸਾਦਾ ਬੰਦਾ ਅੜਿੱਕੇ ਚੜ ਜਾਏ ਨਾ, ਉਹਨੂੰ ਅਜ਼ਮਾਈਦਾ ਨਹੀਂ, ਉਹਨੂੰ ਉੱਲੂ ਨਹੀਂ ਸਮਝ ਲਈਦਾ। ਅੱਲਾ ਦੀ ਕਸਮੇ ਬੜੇ ਬੜੇ ਬਰੀਕ ਬੀਨ ਬੰਦੇ, ਬੜੇ ਬੜੇ ਸਿਆਣੇ ਬੰਦੇ ਜਿਹੜੇ ਨਾ ਉਹ ਖਾਮੋਸ਼ ਹੋਏ ਰਹਿੰਦੇ ਨੇ, ਸਾਹਮਣੇ ਵਾਲੇ ਬੰਦਿਆਂ ਨੂੰ ਵੇਂਦੇ ਰਹਿੰਦੇ ਨੇ ਕਿ ਸਾਹਮਣੇ ਵਾਲਾ ਬੰਦਾ ਕਰਦਾ ਕੀ ਪਿਆ। ਹਾਲਾਂਕਿ ਪਤਾ ਉਹਨਾਂ ਨੂੰ ਸਾਰ ਸ਼ਾਇਦ ਹੀ ਹੁੰਦਾ, ਹਰ ਚੀਜ਼ ਦਾ ਉਹਨੂੰ ਇਲਮ ਹੁੰਦਾ, ਲੇਕਿਨ ਫਿਰ ਵੀ ਉਹ ਵੇਂਦੇ ਰਹਿੰਦੇ ਨੇ ਅਗਲੇ ਬੰਦੇ ਦੀਆਂ ਊਂਟ ਪਟਾਟੀਆਂ ਜਿਹੜੀਆਂ ਹੁੰਦੀਆਂ ਨਾ, ਉਹਨਾਂ ਨੂੰ ਵੇਂਦੇ ਰਹਿੰਦੇ ਨੇ, ਅਗਲੇ ਬੰਦੇ ਨੂੰ ਅਜ਼ਮਾਉਂਦੇ ਰਹਿੰਦੇ ਨੇ। ਇਹ ਬਹੁਤੀਆਂ ਹੁਸ਼ਿਆਰੀਆਂ, ਬਹੁਤੀਆਂ ਚਲਾਕੀਆਂ ਜਿਹੜੀਆਂ ਨਾ ਅਕਸਰ ਬੰਦਿਆਂ ਨੂੰ ਮਰਵਾ ਦਿੰਦੀਆਂ ਨੇ। ਇਸ ਵਾਸਤੇ ਜਿਹੜਾ ਨਾ ਬਹੁਤਾ ਹੁਸ਼ਿਆਰ ਨਹੀਂ ਬਣੀਦਾ, ਤੇ ਆਪਣੇ ਆਪ ਤੋਂ ਜਿਹੜਾ ਸਾਹਮਣਾ ਬੰਦਾ ਹੈ ਨਾ, ਉਹਨੂੰ ਜਿਹੜਾ ਨਾ ਆਪ ਤੋਂ ਕਮਤਰ ਨਹੀਂ ਸਮਝ ਲਈਦਾ। ਅਗਰ ਕੋਈ ਬੰਦਾ ਖਾਮੋਸ਼ ਹੈ ਤੇ ਉਹਦਾ ਮਕਸਦ ਇਹ ਨਹੀਂ ਕਿ ਉਹ ਉੱਲੂ ਹੈ, ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ, ਪਤਾ ਉਹਨੂੰ ਹਰ ਚੀਜ਼ ਦਾ ਹੀ ਹੁੰਦਾ ਹੈ, ਲੇਕਿਨ ਉਹ ਇੱਕ ਅਲੱਗਾ ਗੱਲ ਹੈ ਕਿ ਉਹ ਬੋਲਦਾ ਨਹੀਂ, ਉਹ ਬੋਲਣਾ ਨਹੀਂ ਚਾਹੁੰਦਾ, ਤੇ ਉਹਨੂੰ ਖਾਮੋਸ਼ ਹੀ ਰਹਿਣ ਦਿਓ, ਠੀਕ ਹੈ ਨਾ। ਤੇ ਅੱਜ ਦੀ ਵੀਡੀਓ ਦਾ ਇੱਥੇ ਹੀ ਕਰਨੇ ਆ ਐਂਡ। ਉਮੀਦ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ, ਤੇ ਮਿਲਾਂਗੇ ਇਨਸ਼ਾਅੱਲਾ ਨੈਕਸਟ ਅਗਲੀ ਵੀਡੀਓ ਦੇ ਨਾਲ। ਵੀਡੀਓ ਪਸੰਦ ਆਵੇ ਤੇ ਚੈਨਲ ਨੂੰ ਜ਼ਰਾ ਸਬਸਕ੍ਰਾਈਬ ਵੀ ਕਰ ਦਿਓ, ਤਾਂ ਕਿ ਕੁਝ ਸਾਡਾ ਵੀ ਤਾਂ ਫਾਇਦਾ ਹੋ ਜਾਏ ਨਾ। ਮਿਲਨੇ ਅਗਲੇ ਵੀਡੀਓ 'ਚ। ਆਪਣਾ ਤੇ ਆਪਣੇ ਚਾਹਣ ਵਾਲਿਆਂ ਦਾ ਬਹੁਤ ਸਾਰਾ ਖਿਆਲ ਰੱਖਿਆ ਜੇ। ਅੱਲਾ ਹਾਫਿਜ਼।